ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਾਨਫਰੰਸ ਦੌਰਾਨ ਕੀ ਦਿੱਤੀ ਜਾਣਕਾਰੀ, ਇਸ ਦੇ ਬਾਰੇ ਦੱਸਾਂਗੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਓਨਟਾਰੀਓ ਵਿੱਚ ਆਉਣ ਤੇ ਰੋਕ ਸੰਬੰਧੀ ਕੀ ਕਿਹਾ ਗਿਆ ਤੇ ਨਾਲ ਹੀ ਲੈਂਡ ਬਾਰਡਰਸ ਦੇ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਦੇ ਲਈ ਹੋਟਲ ਕੁਆਰੰਟਾਈਨ ਦੀ ਹਦਾਇਤ ਸੰਬੰਧੀ ਮੰਗ ਤੇ ਕੀ ਦਿੱਤਾ ਜਵਾਬ, ਇਹ ਵੀ ਦੱਸਾਂਗੇ। ਕੈਨੇਡਾ ਵਿੱਚ ਜੌਨਸਨ ਐਂਡ ਜੌਨਸਨ ਟੀਕਿਆਂ ਦੀਆਂ ਪਹੁੰਚੀਆਂ ਡੋਜ਼ਜ਼, ਪਰ ਫਿਲਹਾਲ ਇਹਨਾਂ ਨੂੰ ਵੰਡਣ ਤੋਂ ਰੋਕਿਆ ਗਿਆ। ਦੱਸਾਂਗੇ ਸਿਹਤ ਵਿਭਾਗ ਨੇ ਕੀ ਕਿਹਾ। ਭਾਰਤ ਵਿੱਚ ਮਈ 1 ਤੋਂ ਫਿਰ ਤੋਂ ਬੰਦ ਕਰ ਦਿੱਤੇ ਗਏ ਨੇ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ। ਟੋਰਾਂਟੋ ਵਿੱਚ ਇੰਟਰਨੈਸ਼ਨਲ ਸਟੂਡੈਂਟ ਨੇ ਕੀਤੀ ਖੁਦਕੁਸ਼ੀ, ਮੋਗਾ ਦੇ ਇੱਕ ਪਿੰਡ ਦੇ ਨਾਲ ਸੰਬੰਧਿਤ ਸੀ ਲਵਪ੍ਰੀਤ। ਬ੍ਰਿਟਿਸ਼ ਕੋਲੰਬੀਆ ਵਿੱਚ BC ਹਾਈਡਰੋ ਦਾ ਐਲਾਨ, ਇਲੈਕਟ੍ਰਿਕ ਵਾਹਨ ਮਾਲਕਾਂ ਦੇ ਲਈ ਹੁਣ ਮੁਫਤ ਨਹੀਂ ਹੋਣਗੇ ਫਾਸਟ ਚਾਰਜਿੰਗ ਸਟੇਸ਼ਨ। ਕੀ ਹੈ ਵੈਕਸੀਨ ਪਾਸਪੋਰਟ, ਇਸ ਦੇ ਬਾਰੇ ਦੇਵਾਂਗੇ ਜਾਣਕਾਰੀ ਤੇ ਦੱਸਾਂਗੇ ਕੈਨੇਡਾ ਸਰਕਾਰ ਕੀ ਕਰ ਰਹੀ ਹੈ ਵਿਚਾਰ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਿਹੜੀਆਂ ਗੱਲਾਂ ਕਹੀਆਂ ਨੇ। ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹੜਾ ਜ਼ਿਕਰ ਕੀਤਾ ਗਿਆ ਤੇ ਕੈਨੇਡਾ ਵਾਸੀਆਂ ਨੂੰ ਕੀ ਸੰਦੇਸ਼ ਦਿੱਤਾ ਗਿਆ, ਉਸ ਦੇ ਬਾਰੇ ਪਹਿਲਾਂ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜਦੋਂ ਸਵੇਰੇ ਪ੍ਰੈਸ ਵਾਰਤਾ ਕੀਤੀ ਤਾਂ ਉਹਨਾਂ ਨੇ ਸੰਬੋਧਨ ਸਾਰੇ ਦੇਸ਼ ਨੂੰ ਕਰਦੇ ਹੋਏ ਸੰਦੇਸ਼ ਵੀ ਜਾਰੀ ਕੀਤਾ, ਜਿਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਦੇ ਲਈ ਕਿਹਾ ਕਿ ਆਪਣੀ ਅਪਾਇੰਟਮੈਂਟ ਟੀਕੇ ਦੇ ਵਾਸਤੇ ਜਿਸ ਦੀ ਵੀ ਵਾਰੀ ਆਉਂਦੀ ਹੈ ਬਣਾ ਲਈ ਜਾਵੇ ਤੇ ਕੈਨੇਡਾ ਵਾਸੀ ਟੀਕੇ ਜ਼ਰੂਰ ਲਗਵਾਉਣ ਕੋਵਿਡ-19 ਦੇ। ਜਿਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ 15 ਮਿਲੀਅਨ ਡੋਜ਼ਜ਼ ਟੀਕਿਆਂ ਦੀਆਂ ਦੇਸ਼ ਭਰ ਦੇ ਵਿੱਚ ਵੰਡੀਆਂ ਜਾ ਚੁੱਕੀਆਂ ਨੇ। ਜਿਸ ਦੇ ਲਈ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਗਲੇ ਹਫ਼ਤੇ ਫਾਈਜ਼ਰ ਦੇ ਵੱਲੋਂ ਹੀ 2 ਮਿਲੀਅਨ ਟੀਕਿਆਂ ਦੀਆਂ ਡੋਜ਼ਜ਼ ਕੈਨੇਡਾ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ। ਜਿਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਵੱਖੋ ਵੱਖਰੇ ਸੂਬਿਆਂ ਦੇ ਪ੍ਰੀਮੀਅਰਸ ਦੇ ਨਾਲ ਉਹਨਾਂ ਦੇ ਵੱਲੋਂ ਜਦੋਂ ਬੈਠਕ ਕੀਤੀ ਗਈ ਹੈ ਤਾਂ ਉਹਨਾਂ ਪ੍ਰੀਮੀਅਰਸ ਦੇ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਨੇ ਉਸ ਦੇ ਉੱਤੇ ਵੀ ਫੈਡਰਲ ਸਰਕਾਰ ਦੇ ਵੱਲੋਂ ਵਿਚਾਰ ਕਰਕੇ ਉਹਨਾਂ ਮੰਗਾਂ ਨੂੰ ਮੰਨਿਆ ਜਾਵੇਗਾ। ਇਸ ਦਾ ਜ਼ਿਕਰ ਉਹਨਾਂ ਨੇ ਕੀਤਾ। ਜਿਸ ਦੌਰਾਨ ਉਹਨਾਂ ਨੇ ਵੀ ਦੱਸਿਆ ਕਿ ਕੈਨੇਡਾ ਸਰਕਾਰ ਕਿਸ ਤਰ੍ਹਾਂ ਇਸ ਮੌਕੇ ਕੈਨੇਡਾ ਵਾਸੀਆਂ ਦੀ ਮਦਦ ਕਰ ਰਹੀ ਹੈ ਜਦੋਂ ਕੋਵਿਡ-19 ਦੀ ਮਹਾਮਾਰੀ ਦੇ ਨਾਲ ਦੇਸ਼ ਭਰ ਦੇ ਵਿੱਚ ਲੜਾਈ ਚੱਲ ਰਹੀ ਹੈ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਕੈਨੇਡਾ ਰਿਕਵਰੀ ਬੈਨੀਫਿਟ ਤੇ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਦੇ ਰਾਹੀਂ ਕੈਨੇਡਾ ਵਾਸੀਆਂ ਨੂੰ ਮਦਦ ਦਿੱਤੀ ਜਾ ਰਹੀ ਹੈ, ਜਿਸ ਦੇ ਵਿੱਚ ਵੇਜ ਸਬਸਿਡੀ ਪ੍ਰੋਗਰਾਮ ਤੇ ਨਾਲ ਹੀ ਜੋ ਵਪਾਰੀਆਂ ਦੀ ਮਦਦ ਦੇ ਵਾਸਤੇ ਕੈਨੇਡਾ ਸਰਕਾਰ ਦੇ ਵੱਲੋਂ ਕਦਮ ਚੁੱਕੇ ਗਏ ਉਸ ਦੇ ਰਾਹੀਂ ਵਿੱਤੀ ਪੱਧਰ ਦੇ ਉੱਤੇ ਜੋ ਮਦਦ ਹੈ ਇਸ ਸਮੇਂ ਦਿੱਤੀ ਜਾ ਰਹੀ ਹੈ। ਜਿਨ੍ਹਾਂ ਕਿਹਾ ਕਿ ਉਹ ਜਾਣਦੇ ਨੇ ਕਿ ਇਸ ਸਮੇਂ ਬਹੁਤ ਸਾਰੇ ਕਾਮੇ ਤੇ ਵਪਾਰ ਇਹਨਾਂ ਪ੍ਰੋਗਰਾਮਸ ਦੇ ਰਾਹੀਂ ਦਿੱਤੀ ਜਾ ਰਹੀ ਮਦਦ ਦੇ ਉੱਤੇ ਹੀ ਨਿਰਭਰ ਕਰਦੇ ਨੇ। ਤਾਂ ਉਧਰ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਪ੍ਰੀਮੀਅਰਸ ਦੇ ਵੱਲੋਂ ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਬੈਠਕ ਕੀਤੀ ਗਈ ਸੀ। ਉਸ ਦੇ ਵਿੱਚ ਅਹਿਮ ਤੌਰ ਦੇ ਉੱਤੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ 2 ਮੁੱਖ ਮੰਗਾਂ ਰੱਖੀਆਂ ਗਈਆਂ, ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ। ਜਿਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਫੋਰਡ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਓਨਟਾਰੀਓ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖਲ ਹੋਣਾ ਫਿਲਹਾਲ ਬੰਦ ਕੀਤਾ ਜਾਵੇ। ਤਾਂ ਦੂਜੀ ਮੰਗ ਇਹ ਰੱਖੀ ਗਈ ਹੈ ਕਿ ਓਨਟਾਰੀਓ ਦੇ ਬਾਰਡਰਸ ਦੇ ਰਾਹੀਂ ਜੋ ਲੈਂਡ ਬਾਰਡਰਸ ਦੇ ਰਾਹੀਂ ਇੰਟਰਨੈਸ਼ਨਲ ਯਾਤਰੀ ਨੇ ਉਹ ਅਮਰੀਕਾ ਦੇ ਬਾਰਡਰ ਦੇ ਹੁੰਦੇ ਹੋਏ ਕੈਨੇਡਾ ਵਿੱਚ ਦਾਖਲ ਹੋ ਰਹੇ ਨੇ ਤਾਂ ਉਹਨਾਂ ਦੇ ਵਾਸਤੇ ਵੀ ਹੋਟਲ ਕੁਆਰੰਟਾਈਨ ਦੀ ਹਦਾਇਤ ਲਾਗੂ ਕੀਤੀ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜੋ 29 ਅਪ੍ਰੈਲ ਨੂੰ ਪ੍ਰੀਮੀਅਰਸ ਦੇ ਨਾਲ ਬੈਠਕ ਹੋਈ ਸੀ ਉਸ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇਸ ਮੌਕੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਆਰਜ਼ੀ ਤੌਰ ਦੇ ਉੱਤੇ ਆਉਣਾ ਬੰਦ ਕੀਤਾ ਜਾਵੇ, ਜਿਸ ਦੇ ਵਾਸਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਆਰਜ਼ੀ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਦਾ ਓਨਟਾਰੀਓ ਦੇ ਵਿੱਚ ਆਉਣਾ ਬੰਦ ਕੀਤਾ ਜਾਵੇਗਾ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਕੋਵਿਡ-19 ਦੇ ਫੈਲਣ ਨੂੰ ਰੋਕਣ ਦੇ ਵਾਸਤੇ ਅਜਿਹੀ ਮੰਗ ਕੀਤੀ। ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਸੂਬੇ ਦੇ ਵਿੱਚ ਆਉਣਾ ਬੰਦ ਕੀਤਾ ਜਾਵੇ, ਕਿਉਂਕਿ ਇਸ ਸਮੇਂ ਜੋ ਬਾਰਡਰਸ ਦੇ ਉੱਤੇ ਰੋਕ ਵੀ ਲੱਗੀ ਹੋਈ ਹੈ ਪਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਹੈ। ਪਰ ਹੁਣ ਓਨਟਾਰੀਓ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਉੱਥੇ ਆਉਣਾ ਬੰਦ ਕੀਤਾ ਜਾਵੇ। ਇਸ ਦੌਰਾਨ ਦੋਵੇਂ ਸਰਕਾਰਾਂ ਨੇ ਫਿਲਹਾਲ ਇਹ ਤਾਂ ਐਲਾਨ ਨਹੀਂ ਕੀਤਾ ਕਿ ਆਖਿਰ ਕਦੋਂ ਤੋਂ ਇਹ ਰੋਕ ਲਾਗੂ ਹੋਵੇਗੀ ਤੇ ਕਦੋਂ ਤੱਕ ਜਾਰੀ ਰਹੇਗੀ, ਪਰ ਇਸ ਦੇ ਉੱਤੇ ਜਲਦ ਪੂਰੀ ਜਾਣਕਾਰੀ ਸਾਹਮਣੇ ਆ ਸਕਦੀ ਹੈ ਕਿਉਂਕਿ ਫੈਡਰਲ ਸਰਕਾਰ ਨੇ ਫੈਸਲਾ ਲੈਣਾ ਹੁੰਦਾ ਹੈ ਕਿ ਕੈਨੇਡਾ ਦੇ ਵਿੱਚ ਕਿਸ ਨੂੰ ਐਂਟਰੀ ਦੇਣੀ ਹੈ ਤੇ ਕਿਸੇ ਵਾਸਤੇ ਰੋਕ ਲਗਾਉਣੀ ਹੈ। ਤੇ ਹੁਣ ਤੱਕ ਟਰੈਵਲ ਨੂੰ ਲੈ ਕੇ ਰੋਕ ਸੰਬੰਧੀ ਵੀ ਫੈਸਲੇ ਫੈਡਰਲ ਸਰਕਾਰ ਦੇ ਵੱਲੋਂ ਲਏ ਗਏ ਨੇ, ਜਿਸ ਦੇ ਲਈ ਓਨਟਾਰੀਓ ਦੇ ਵੱਲੋਂ ਜਿਹੜੀ ਹੁਣ ਇਹ ਬੇਨਤੀ ਕੀਤੀ ਗਈ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਆਉਣਾ ਬੰਦ ਕੀਤਾ ਜਾਵੇ ਤਾਂ ਉਸ ਦਾ ਜ਼ਿਕਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵੀ ਕਰ ਦਿੱਤਾ ਗਿਆ ਹੈ। Premier Ford asked that we suspend the arrival of international students.
Because at this time, Ontario is the only province requesting this, we're happy to work more narrowly with them. We'll be reaching out to their officials today to formalise that request. Again, I want to be clear. This is not the time to travel. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿੱਥੇ ਇੱਕ ਪਾਸੇ ਜਾਣਕਾਰੀ ਦਿੱਤੀ ਕਿ ਜੋ ਅਧਿਕਾਰਤ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਓਨਟਾਰੀਓ ਦੇ ਵਿੱਚ ਆਉਣ ਤੇ ਆਰਜ਼ੀ ਤੌਰ ਤੇ ਪਾਬੰਦੀ ਲਗਾਉਣ ਦੇ ਬਾਰੇ ਅੱਗੇ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਨਾਲ ਹੀ ਜੋ ਇਸ ਸਮੇਂ ਇਹ ਮੰਗ ਰੱਖੀ ਗਈ ਸੀ ਕਿ ਲੈਂਡ ਬਾਰਡਰਸ ਦੇ ਰਾਹੀਂ ਓਨਟਾਰੀਓ ਦੇ ਵਿੱਚ ਅਮਰੀਕਾ ਤੋਂ ਜਿਹੜੇ ਦਾਖਲ ਹੋ ਰਹੇ ਨੇ ਉਹਨਾਂ ਦੇ ਵਾਸਤੇ ਹੋਟਲ ਕੁਆਰੰਟਾਈਨ ਲਈ ਹਦਾਇਤ ਲਾਗੂ ਕੀਤੀ ਜਾਵੇ ਤਾਂ ਇਸ ਤੋਂ ਪ੍ਰਧਾਨ ਮੰਤਰੀ ਨੇ ਸਾਫ਼ ਇਨਕਾਰ ਕਰ ਦਿੱਤਾ, ਜਿਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਕੋਵਿਡ-19 ਦਾ ਪਹਿਲਾਂ ਟੈਸਟ ਕਰਵਾਉਂਦੇ ਨੇ ਇੰਟਰਨੈਸ਼ਨਲ ਯਾਤਰੀ ਜਿਹੜੇ ਵੀ ਹੋਰ ਦੇਸ਼ਾਂ ਤੋਂ ਉੱਥੇ ਪਹੁੰਚਦੇ ਨੇ ਪਹਿਲਾਂ ਤੇ ਉਸ ਰਿਪੋਰਟ ਨੂੰ ਲੈ ਕੇ ਹੀ ਦੁਬਾਰਾ ਤੋਂ ਕੈਨੇਡਾ ਦੇ ਵਿੱਚ ਲੈਂਡ ਬਾਰਡਰ ਦੇ ਰਾਹੀਂ ਫਿਲਹਾਲ ਦਾਖਲ ਹੋ ਰਹੇ ਨੇ, ਜਿਸ ਲਈ ਉਹਨਾਂ ਨੇ ਕਿਹਾ ਕਿ ਹੋਟਲ ਕੁਆਰੰਟਾਈਨ ਦੀ ਹਦਾਇਤ ਉਹਨਾਂ ਦੇ ਵਾਸਤੇ ਫਿਲਹਾਲ ਲਾਗੂ ਨਹੀਂ ਹੋ ਸਕਦੀ। ਜਦੋਂ ਹੋਟਲ ਕੁਆਰੰਟਾਈਨ ਦੀ ਹਦਾਇਤ ਹਵਾਈ ਸਫ਼ਰ ਦੇ ਰਾਹੀਂ ਆਉਣ ਵਾਲਿਆਂ ਦੇ ਵਾਸਤੇ ਲਾਗੂ ਕੀਤੀ ਵੀ ਗਈ ਸੀ 22 ਫਰਵਰੀ ਨੂੰ, ਉਸ ਸਮੇਂ ਵੀ ਕੈਨੇਡਾ ਸਰਕਾਰ ਦਾ ਕਹਿਣਾ ਸੀ ਕਿ ਲੈਂਡ ਬਾਰਡਰਸ ਦੇ ਉੱਤੇ ਲਾਗੂ ਨਹੀਂ ਹੋ ਸਕਦੀ, ਜਿਸ ਦੇ ਪਿੱਛੇ ਵੱਡਾ ਕਾਰਨ ਇਹ ਵੀ ਸੀ ਕਿ ਕੈਨੇਡਾ ਦੇ ਜਿਹੜੇ ਇੰਟਰਨੈਸ਼ਨਲ ਬਾਰਡਰ ਨੇ ਲੈਂਡ ਬਾਰਡਰ ਨੇ ਉਹ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਨੇ ਤੇ ਕਈ ਅਜਿਹੀਆਂ ਥਾਵਾਂ ਨੇ ਜਿੱਥੇ ਉਹਨਾਂ ਬਾਰਡਰਸ ਦੇ ਨੇੜੇ ਕੋਈ ਹੋਟਲ ਨਹੀਂ ਪੈਂਦਾ, ਜਿਸ ਕਰਕੇ ਇਸ ਸੰਬੰਧੀ ਕਾਫੀ ਚੁਣੌਤੀਆਂ ਆ ਸਕਦੀਆਂ ਨੇ ਤੇ ਅਜਿਹਾ ਫੈਸਲਾ ਫਿਲਹਾਲ ਨਹੀਂ ਲਿਆ ਜਾਵੇਗਾ। ਇਸ ਨਾਲ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜਿਵੇਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੌਨਸਨ ਐਂਡ ਜੌਨਸਨ ਦੇ ਟੀਕੇ ਕੈਨੇਡਾ ਵਿੱਚ ਪਹੁੰਚ ਗਏ ਨੇ, ਪਰ ਇਹਨਾਂ ਟੀਕਿਆਂ ਦੀ ਸਪਲਾਈ ਫਿਲਹਾਲ ਅੱਗੇ ਨਹੀਂ ਕੀਤੀ ਜਾ ਰਹੀ। ਦਰਅਸਲ ਸਿਹਤ ਵਿਭਾਗ ਦੇ ਵੱਲੋਂ ਇਸ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਜੋ ਜੌਨਸਨ ਐਂਡ ਜੌਨਸਨ ਦੇ ਕੋਵਿਡ-19 ਟੀਕੇ ਦੀ ਸ਼ਿਪਮੈਂਟ ਪਹਿਲੀ ਪਹੁੰਚੀ ਹੈ, ਉਸ ਦੀ ਫਿਲਹਾਲ ਵੰਡ ਨੂੰ ਰੋਕ ਦਿੱਤਾ ਗਿਆ ਹੈ। ਹੈਲਥ ਕੈਨੇਡਾ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਦਰਅਸਲ ਇਨ੍ਹਾਂ ਟੀਕਿਆਂ ਨੂੰ ਅਮਰੀਕਾ ਦੇ ਉਸੇ ਪਲਾਂਟ ਵਿੱਚ ਪ੍ਰੋਸੈਸ ਕੀਤਾ ਗਿਆ ਜਿੱਥੇ ਕਿ ਕੁਆਲਿਟੀ ਨੂੰ ਲੈ ਕੇ ਦਿੱਕਤ ਆਈ ਸੀ ਕੁਝ ਦਿਨ ਪਹਿਲਾਂ। ਦਰਅਸਲ ਐਮਰਜੈਂਟ ਬਾਇਓ ਸੋਲਿਊਸ਼ਨਸ ਕੰਪਨੀ ਦੇ ਵੱਲੋਂ ਇਸ ਪਲਾਂਟ ਦੇ ਵਿੱਚ ਜੋ ਬਾਲਟੀਮੋਰ ਦੇ ਵਿੱਚ ਹੈ ਟੀਕੇ ਤਿਆਰ ਕੀਤੇ ਜਾ ਰਹੇ ਸਨ, ਜਿੱਥੇ ਕਿ ਐਸਟਰਾਜ਼ੈਨੇਕਾ ਤੇ ਜੌਨਸਨ ਐਂਡ ਜੌਨਸਨ ਦੇ ਟੀਕੇ ਨੇ ਜਿਹੜੇ ਉਹ ਇੱਕੋ ਥਾਂ ਦੇ ਉੱਤੇ ਤਿਆਰ ਕੀਤੇ ਜਾ ਰਹੇ ਸਨ। ਜਿਸ ਦੌਰਾਨ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ 15 ਮਿਲੀਅਨ ਟੀਕਿਆਂ ਦੀਆਂ ਡੋਜ਼ਸ ਸਿਹਤ ਅਧਿਕਾਰੀਆਂ ਨੇ ਉਸ ਸਮੇਂ ਪਾਸ ਨਹੀਂ ਸੀ ਕੀਤੀਆਂ ਜਦੋਂ ਉਹਨਾਂ ਦੇ ਵਿੱਚ ਦਿੱਕਤ ਆਈ ਸੀ ਤੇ ਇਸ ਦੌਰਾਨ ਕੈਨੇਡਾ ਦੇ ਕੋਲ 3 ਲੱਖ ਇਸੇ ਹਫ਼ਤੇ ਡੋਜ਼ਸ ਪਹੁੰਚੀਆਂ ਨੇ। ਹੈਲਥ ਕੈਨੇਡਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਉੱਤੇ ਪੂਰੀ ਤਰ੍ਹਾਂ ਦੇਖਿਆ ਜਾਵੇਗਾ, ਜਾਂਚ ਕੀਤੇ ਜਾਣ ਤੋਂ ਬਾਅਦ ਹੀ ਅੱਗੇ ਇਹਨਾਂ ਡੋਜ਼ਸ ਨੂੰ ਵੰਡਿਆ ਜਾ ਸਕਦਾ ਹੈ। ਇਸ ਦੌਰਾਨ ਸਿਹਤ ਵਿਭਾਗ ਨੇ ਇਹ ਵੀ ਇੱਥੇ ਦੱਸਿਆ ਕਿ 1.5 ਮਿਲੀਅਨ ਐਸਟਰਾਜ਼ੈਨੇਕਾ ਦੇ ਟੀਕੇ ਦੀਆਂ ਡੋਜ਼ਸ ਜੋ ਉਸੇ ਥਾਂ ਤੋਂ ਕੈਨੇਡਾ ਦੇ ਵਿੱਚ ਆਈਆਂ ਸਨ ਉਹ ਪਹਿਲਾਂ ਪਾਸ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉਸ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਸੀ। ਇਸ ਦੌਰਾਨ ਸਿਹਤ ਵਿਭਾਗ ਨੇ ਇਹ ਵੀ ਕਿਹਾ ਕਿ ਜੌਨਸਨ ਐਂਡ ਜੌਨਸਨ ਟੀਕੇ ਦੀਆਂ ਜੋ ਡੋਜ਼ਸ ਨੇ ਕੈਨੇਡਾ ਦੇ ਵਿੱਚ ਪਹੁੰਚੀਆਂ ਨੇ, ਪਹਿਲਾਂ ਇਹ ਉਮੀਦ ਨਹੀਂ ਸੀ ਕੀਤੀ ਜਾ ਰਹੀ ਕਿ ਉਹ ਬਾਲਟੀਮੋਰ ਪਲਾਂਟ ਤੋਂ ਕੈਨੇਡਾ ਦੇ ਵਿੱਚ ਭੇਜੀਆਂ ਜਾਣਗੀਆਂ। ਤਾਂ ਉਧਰ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਵੀਜ਼ਾ ਐਪਲੀਕੇਸ਼ਨ ਸੈਂਟਰ ਫਿਲਹਾਲ ਮੁੜ ਤੋਂ ਬੰਦ ਕੀਤੇ ਜਾ ਰਹੇ ਨੇ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਦੇਸ਼ ਭਰ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਜੋ ਕੈਨੇਡਾ ਦੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। 1 ਮਈ ਤੋਂ ਵੀਜ਼ਾ ਐਪਲੀਕੇਸ਼ਨ ਸੈਂਟਰ ਬੰਦ ਕਰ ਦਿੱਤੇ ਜਾਣਗੇ। ਉਦੋਂ ਤੱਕ ਇਹ ਸੈਂਟਰ ਬੰਦ ਰਹਿਣਗੇ ਜਦੋਂ ਤੱਕ ਅੱਗੇ ਕੋਈ ਨੋਟਿਸ ਨਹੀਂ ਆ ਜਾਂਦਾ ਤੇ ਇਸ ਦੌਰਾਨ ਕੋਵਿਡ-19 ਦੀ ਮਹਾਮਾਰੀ ਦੇ ਕਰਕੇ ਇਹ ਫੈਸਲਾ ਲਿਆ ਜਾ ਰਿਹਾ ਹੈ, ਜਿਸ ਦੇ ਬਾਰੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਦੀਆਂ ਬਾਇਓਮੈਟ੍ਰਿਕ ਦੇ ਵਾਸਤੇ ਅਪਾਇੰਟਮੈਂਟਸ ਪਹਿਲਾਂ ਤੋਂ ਬਣੀਆਂ ਹੋਈਆਂ ਸਨ ਤਾਂ ਉਹਨਾਂ ਦੇ ਨਾਲ ਨਵੀਆਂ ਅਪਾਇੰਟਮੈਂਟਸ ਉਦੋਂ ਬਣਾਈਆਂ ਜਾਣਗੀਆਂ ਜਦੋਂ ਵੀਜ਼ਾ ਐਪਲੀਕੇਸ਼ਨ ਸੈਂਟਰ ਮੁੜ ਤੋਂ ਖੁੱਲ੍ਹ ਜਾਣਗੇ ਤਾਂ ਫਿਰ ਉਹਨਾਂ ਦੇ ਨਾਲ ਮੁੜ ਤੋਂ ਅਧਿਕਾਰੀਆਂ ਦੇ ਵੱਲੋਂ ਸੰਪਰਕ ਕੀਤਾ ਜਾਵੇਗਾ। ਇਸ ਦੌਰਾਨ ਜੋ ਪਾਸਪੋਰਟ ਸਰਵਿਸ ਹੈ ਉਹ ਵੀ ਬੰਦ ਰਹੇਗੀ ਉਦੋਂ ਤੱਕ ਜਦੋਂ ਤੱਕ ਅੱਗੇ ਕੋਈ ਨੋਟਿਸ ਇਸ ਦੇ ਉੱਤੇ ਨਹੀਂ ਆਉਂਦਾ। ਇਸ ਦੌਰਾਨ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਦੋਵੇਂ ਪਾਸਿਆਂ ਦੀ ਕੁਰੀਅਰ ਸਰਵਿਸ ਦੇ ਵਾਸਤੇ ਪਹਿਲਾਂ ਤੋਂ ਪੈਸੇ ਦੇ ਦਿੱਤੇ ਨੇ ਪਰ ਹਜੇ ਤੁਸੀਂ ਆਪਣਾ ਪਾਸਪੋਰਟ ਜਮ੍ਹਾਂ ਨਹੀਂ ਕਰਵਾਇਆ ਤਾਂ ਹਜੇ ਤੁਸੀਂ ਆਪਣਾ ਪਾਸਪੋਰਟ ਨਾ ਭੇਜੋ। ਜਦੋਂ ਤੱਕ ਦੁਬਾਰਾ ਤੋਂ ਸਰਵਿਸ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਆਪਣੇ ਪਾਸਪੋਰਟ ਨਾ ਭੇਜੇ ਜਾਣ ਤੇ ਜੇਕਰ ਜਿਨ੍ਹਾਂ ਨੇ ਆਪਣੇ ਪਾਸਪੋਰਟ ਪਹਿਲਾਂ ਤੋਂ ਜਮ੍ਹਾਂ ਕਰਵਾਏ ਹੋਏ ਨੇ ਤਾਂ ਉਹ ਹੋਰ ਉਡੀਕ ਕਰਨ। ਜਦੋਂ ਤੱਕ ਸਰਵਿਸ ਦੁਬਾਰਾ ਤੋਂ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਨੂੰ ਉਹਨਾਂ ਦੇ ਪਾਸਪੋਰਟ ਪ੍ਰਕਿਰਿਆ ਦੇ ਅਧੀਨ ਦੁਬਾਰਾ ਨਹੀਂ ਮਿਲਣਗੇ। ਤੇ ਇਸ ਦੌਰਾਨ ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਨ੍ਹਾਂ ਨੇ ਕਿਹਾ ਕਿ ਭਾਰਤ ਭਰ ਦੇ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਜੋ ਕੈਨੇਡਾ ਦੇ ਉਹ ਫਿਲਹਾਲ 1 ਮਈ ਤੋਂ ਬੰਦ ਕੀਤੇ ਜਾ ਰਹੇ ਨੇ। ਟਰੈਵਲ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਜੋ ਰੋਕ ਲਗਾਈ ਗਈ ਉਸ ਤੋਂ ਬਾਅਦ ਹੀ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵਿੱਚ ਵੀ ਸਰਵਿਸ ਦੇ ਉੱਤੇ ਪ੍ਰਭਾਵ ਪਿਆ ਸੀ ਤੇ ਇਸ ਦੌਰਾਨ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਬਾਰ-ਬਾਰ ਜਾਣਕਾਰੀ ਵੀ ਦਿੱਤੀ ਜਾ ਰਹੀ ਸੀ ਕਿ ਇਸ ਸਮੇਂ ਸਰਵਿਸ ਪਹਿਲਾਂ ਨਾਲੋਂ ਦੁਬਾਰਾ ਤੋਂ ਘੱਟ ਹੋ ਗਈ ਹੈ।
ਪਹਿਲਾਂ ਇੱਕ ਵਾਰ ਸਾਲ 2020 ਦੇ ਵਿੱਚ ਜਦੋਂ ਵੀਜ਼ਾ ਐਪਲੀਕੇਸ਼ਨ ਸੈਂਟਰ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਸਨ ਤਾਂ ਉਸ ਤੋਂ ਬਾਅਦ ਥੋੜੀ ਸਰਵਿਸ ਸ਼ੁਰੂ ਦੁਬਾਰਾ ਤੋਂ ਕੀਤੀ ਗਈ ਸੀ, ਜਿਸ ਦੇ ਵਿੱਚ ਪਹਿਲ ਦੇ ਆਧਾਰ ਤੇ ਇੰਟਰਨੈਸ਼ਨਲ ਸਟੂਡੈਂਟ ਤੇ ਨਾਲ ਹੀ ਜਿਨ੍ਹਾਂ ਦੀਆਂ ਪੀਆਰ ਦੇ ਵਾਸਤੇ ਫੈਮਿਲੀ ਕਲਾਸ ਫਾਈਲਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਾਸਤੇ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤੇ ਬਾਇਓਮੈਟ੍ਰਿਕ ਸਰਵਿਸ ਵੀ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਸੀ ਤੇ ਇਸ ਦੇ ਨਾਲ ਹੀ ਪਾਸਪੋਰਟ ਵੀ ਜਮ੍ਹਾਂ ਕਰਵਾਏ ਜਾ ਰਹੇ ਸਨ। ਪਰ ਹੁਣ ਦੁਬਾਰਾ ਤੋਂ ਕੋਵਿਡ-19 ਮਹਾਮਾਰੀ ਦੇ ਕਰਕੇ ਜੋ ਹਾਲਾਤ ਬਣੇ ਨੇ ਤਾਂ ਮੁੜ ਤੋਂ ਵੀਜ਼ਾ ਐਪਲੀਕੇਸ਼ਨ ਸੈਂਟਰ ਸੇ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜੇਕਰ ਇਸ ਦੇ ਉੱਤੇ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀਜ਼ਾ ਐਪਲੀਕੇਸ਼ਨ ਸੈਂਟਰ ਸੇ ਬਾਰੇ ਹੋਰ ਅਪਡੇਟ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਖੁਦ ਵੀ ਦੇਖ ਸਕਦੇ ਹੋ। ਅਗਲੀ ਕਾਫੀ ਮੰਦਭਾਗੀ ਖਬਰ ਹੈ ਜੋ ਕਿ ਟੋਰਾਂਟੋ ਤੋਂ ਹੈ। ਟੋਰਾਂਟੋ ਦੇ ਵਿੱਚ ਇੱਕ ਇੰਟਰਨੈਸ਼ਨਲ ਸਟੂਡੈਂਟ ਨੇ ਖੁਦਕੁਸ਼ੀ ਕੀਤੀ ਹੈ। ਲਵਪ੍ਰੀਤ ਸਿੰਘ ਵਜੋਂ ਉਸ ਦੀ ਪਛਾਣ ਹੋਈ ਹੈ ਤੇ ਉਸ ਦੀ ਤਸਵੀਰ ਵੀ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਜਿਹੜੇ ਜਾਣਦੇ ਨੇ ਉਸ ਨੂੰ ਨੇੜੇ ਤੋਂ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਉਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਸਾਲ 2018 ਵਿੱਚ ਲਵਪ੍ਰੀਤ ਸਿੰਘ ਇੰਟਰਨੈਸ਼ਨਲ ਸਟੂਡੈਂਟ ਦੇ ਵਜੋਂ ਕੈਨੇਡਾ ਦੇ ਵਿੱਚ ਆਇਆ ਸੀ, ਜੋ ਕਿ ਇਸ ਸਮੇਂ ਸੈਂਟੇਨੀਅਲ ਕਾਲਜ ਦੇ ਵਿੱਚ ਸੀ ਤੇ ਪੜ੍ਹਾਈ ਵੀ ਕਰ ਰਿਹਾ ਸੀ, ਜੋ ਕਿ ਪੰਜਾਬ ਦੇ ਮੋਗਾ ਦੇ ਵਿੱਚ ਡਿੱਕ ਪਿੰਡ ਦੇ ਨਾਲ ਸੰਬੰਧਿਤ ਸੀ। ਲਵਪ੍ਰੀਤ ਦੇ ਬਾਰੇ ਜਦੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸਿਆ ਗਿਆ ਹੈ ਕਿ ਉਸਨੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਤੇ ਜਾਨ ਦੇ ਦਿੱਤੀ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਟਰੈਵਲ ਨੂੰ ਲੈ ਕੇ ਸੂਬੇ ਦੇ ਵਿੱਚ ਹੀ ਵੱਖੋ ਵੱਖਰੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਤਾਂ ਉਸ ਦੇ ਬਾਰੇ ਵਿਸਥਾਰ ਦੇ ਵਿੱਚ ਅੱਜ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਪੁਲਿਸ ਅਧਿਕਾਰੀ ਕਿਸ ਤਰ੍ਹਾਂ ਡਰਾਈਵਰਸ ਨੂੰ ਰੋਕ ਸਕਦੇ ਨੇ ਜੋ ਕਿ ਦੂਜੇ ਖੇਤਰ ਦੇ ਵਿੱਚ ਮੌਜੂਦ ਹੋਣਗੇ ਤਾਂ ਉਹਨਾਂ ਦੇ ਵਾਸਤੇ ਕੀ ਅੱਗੇ ਕਦਮ ਚੁੱਕੇ ਜਾ ਸਕਦੇ ਨੇ, ਇਸ ਦੇ ਬਾਰੇ ਦੱਸਿਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਜੋ ਸੂਬੇ ਦੇ ਅੰਦਰ ਵੀ ਰੋਕ ਲਗਾਈ ਹੋਈ ਹੈ 25 ਮਈ ਤੱਕ ਇਹ ਰੋਕ ਲਾਗੂ ਹੈ, ਉਸ ਦੇ ਬਾਰੇ ਨਵੀਂ ਜਾਣਕਾਰੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਨੂੰ 3 ਭਾਗਾਂ 'ਚ ਤਕਸੀਮ ਕੀਤਾ ਗਿਆ ਹੈ। ਲੋਅਰ ਮੇਨਲੈਂਡ ਤੇ ਫਰੇਜ਼ਰ ਵੈਲੀ, ਦੂਜਾ ਵੈਨਕੂਵਰ ਆਈਲੈਂਡ ਜੋ ਕਿ ਆਈਲੈਂਡ ਹੈਲਥ ਰੀਜਨ ਹੈ ਤੇ ਤੀਜਾ ਹੈ ਨਾਰਦਰਨ ਇੰਟੀਰੀਅਰ। ਇਹ 3 ਵੱਖੋ ਵੱਖਰੇ ਭਾਗਾਂ ਦੇ ਵਿੱਚ ਤਕਸੀਮ ਕੀਤਾ ਗਿਆ ਕਿ ਇਹਨਾਂ ਖੇਤਰਾਂ ਦੇ ਵਿੱਚੋਂ ਇੱਕ ਦੂਜੇ ਦੇ ਖੇਤਰ ਦੇ ਵਿੱਚ ਇਸ ਸਮੇਂ ਗੈਰ ਜ਼ਰੂਰੀ ਟਰੈਵਲ ਨਾ ਕੀਤਾ ਜਾਵੇ। ਇਸ ਦੇ ਵਾਸਤੇ ਕਿਹਾ ਗਿਆ ਹੈ ਕਿ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਪੁਲਿਸ ਅਧਿਕਾਰੀ ਮੌਜੂਦ ਹੋਣਗੇ ਜਿਨ੍ਹਾਂ ਦੇ ਵੱਲੋਂ ਚੈਕਿੰਗ ਕੀਤੀ ਜਾਵੇਗੀ, ਖਾਸ ਤੌਰ ਤੇ ਉਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਸੜਕਾਂ ਇਹਨਾਂ 3 ਖੇਤਰਾਂ ਨੂੰ ਜੋੜਦੀਆਂ ਨੇ। BC ਸਰਕਾਰ ਨੇ ਕਿਹਾ ਕਿ ਜੇਕਰ ਕੋਈ ਗੈਰ ਜ਼ਰੂਰੀ ਟਰੈਵਲ ਕਰ ਰਿਹਾ ਹੋਇਆ ਪੁਲਿਸ ਅਧਿਕਾਰੀ ਦੇ ਵੱਲੋਂ ਡਰਾਈਵਰ ਨੂੰ ਰੋਕ ਕੇ ਉਸ ਦਾ ਨਾਮ, ਪਤਾ ਤੇ ਉਸ ਦਾ ਲਾਇਸੈਂਸ ਪੁੱਛਿਆ ਜਾਵੇਗਾ। ਇਸ ਦੇ ਨਾਲ ਹੀ ਉਸ ਤੋਂ ਉਸ ਦੇ ਨਾਮ ਤੇ ਪਤੇ ਨਾਲ ਸੰਬੰਧਿਤ ਕੋਈ ਕਾਗਜ਼ ਮੌਜੂਦ ਹੋਵੇ ਉਸ ਦੇ ਕੋਲ ਤਾਂ ਉਹ ਦੇਖਿਆ ਜਾਵੇਗਾ ਤੇ ਨਾਲ ਹੀ ਉਸ ਨੂੰ ਪੁੱਛਿਆ ਜਾਵੇਗਾ ਕਿ ਉਸ ਦੇ ਟਰੈਵਲ ਕਰਨ ਦਾ ਕਾਰਨ ਕੀ ਹੈ ਤੇ ਜੇਕਰ ਉਹ ਜ਼ਰੂਰੀ ਨਾ ਹੋਇਆ ਤਾਂ ਪੁਲਿਸ ਅਧਿਕਾਰੀ ਉਸ ਨੂੰ ਵਾਪਸ ਜਾਣ ਲਈ ਕਹਿ ਸਕਦੇ ਨੇ, ਜਿਸ ਦੇ ਵਾਸਤੇ ਜੇਕਰ ਪੁਲਿਸ ਵਾਲਿਆਂ ਦੀ ਗੱਲ ਨਹੀਂ ਮੰਨੀ ਜਾਂਦੀ ਤਾਂ ਉਸ ਦੇ ਵਾਸਤੇ $230 ਤੱਕ ਦੀ ਟਿਕਟ ਮਿਲ ਸਕਦੀ ਹੈ ਤੇ ਟਰੈਵਲ ਨੂੰ ਲੈ ਕੇ ਜੋ ਉਲੰਘਣਾ ਕੀਤੀ ਜਾਵੇ ਉਸ ਦੇ ਵਾਸਤੇ $575 ਦੀ ਟਿਕਟ ਮਿਲ ਸਕਦੀ ਹੈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਵਿਸਥਾਰ ਦੇ ਵਿੱਚ ਅੱਜ ਜਾਣਕਾਰੀ ਦਿੱਤੀ ਗਈ ਹੈ, ਜਦਕਿ ਕੁਝ ਦਿਨ ਪਹਿਲਾਂ ਇਸ ਬਾਰੇ ਐਲਾਨ ਕਰ ਦਿੱਤਾ ਗਿਆ ਸੀ ਕਿ 25 ਮਈ ਤੱਕ ਨਾਨ ਐਸੈਂਸ਼ੀਅਲ ਯਾਨੀ ਕਿ ਗੈਰ ਜ਼ਰੂਰੀ ਟਰੈਵਲ ਸੂਬੇ ਦੇ ਵਿੱਚ ਵੀ ਨਾ ਕੀਤਾ ਜਾਵੇ। Government committed to the public that police will enforce these travel restrictions through the use of counterattack style road checks. Within this new order, effective immediately, road checks can be set up on highway corridors that connect different regional zones of the order. But you will not see road checks in downtown Vancouver or along Boundary Road. Once stopped at a road check, drivers may be asked to provide the driver's name, address, and driver's license, and any available documentation regarding the driver's name and address. For example, secondary identification that confirms driver's residential address if you've recently moved, and the purpose of driver's travel. Documentation regarding travel will not be required, and passengers in the vehicle are also not required to provide this information. If police have reasonable grounds to believe you are about to leave your regional zone or are already traveling outside of your health authority for non-essential purposes, they can direct you to stay within your region or to leave the authority at that time. Failure to comply with the requirements at a road check or the direction given by a police officer may result in a $230 fine. Violating the travel order is a $575 fine. ਤਾਂ ਉਧਰ BC ਹਾਈਡਰੋ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 1 ਮਈ ਤੋਂ ਫਾਸਟ ਚਾਰਜਿੰਗ ਸਟੇਸ਼ਨ ਨੇ ਜਿਹੜੇ ਉਹਨਾਂ ਦੇ ਉੱਤੇ ਜੋ ਚਾਰਜ ਲਗਾਏ ਜਾ ਰਹੇ ਨੇ
ਜਿਹੜੇ ਇਲੈਕਟ੍ਰਿਕ ਵਾਹਨ ਮਾਲਕ ਨੇ ਉਹਨਾਂ ਨੂੰ ਹੁਣ ਮੁਫਤ ਦੇ ਵਿੱਚ ਆਪਣੀਆਂ ਗੱਡੀਆਂ ਚਾਰਜ ਕਰਨ ਨੂੰ ਨਹੀਂ ਮਿਲਣਗੀਆਂ। BC ਹਾਈਡਰੋ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਵੀ ਇਲੈਕਟ੍ਰਿਕ ਵਾਹਨਾਂ ਦੇ ਮਾਲਕ ਨੇ, ਜੇਕਰ ਉਹਨਾਂ ਨੇ ਫਾਸਟ ਚਾਰਜਿੰਗ ਸਟੇਸ਼ਨਸ ਦੀ ਵਰਤੋਂ ਕਰਨੀ ਹੈ ਤਾਂ 1 ਮਈ 2021 ਤੋਂ ਇਸ ਦੇ ਵਾਸਤੇ ਉਹਨਾਂ ਨੂੰ ਭੁਗਤਾਨ ਕਰਨਾ ਪਵੇਗਾ ਪੈਸਿਆਂ ਦਾ। ਜਿਸ ਦੇ ਬਾਰੇ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇੱਥੇ ਦੱਸਿਆ ਗਿਆ ਕਿ ਜੇਕਰ 25 ਕਿਲੋਵਾਟ ਪਾਵਰ ਲੈਵਲ ਹੈ ਤਾਂ ਉਸ ਦੇ ਵਾਸਤੇ 12 ਸੈਂਟ ਪ੍ਰਤੀ ਮਿੰਟ ਹੋਣਗੇ, ਯਾਨੀ ਕਿ ਜੇਕਰ 30 ਮਿੰਟ ਚਾਰਜਿੰਗ ਕੀਤੀ ਜਾ ਰਹੀ ਹੈ ਤਾਂ $3.60 ਹੋਣਗੇ। ਜੇਕਰ 50 ਕਿਲੋਵਾਟ ਪਾਵਰ ਲੈਵਲ ਹੈ ਤਾਂ ਉਸ ਦੇ ਵਾਸਤੇ 21 ਸੈਂਟ ਪ੍ਰਤੀ ਮਿੰਟ ਹੋਣਗੇ, ਯਾਨੀ ਕਿ ਜੇਕਰ 30 ਮਿੰਟ ਚਾਰਜ ਕੀਤਾ ਜਾਵੇਗਾ ਤਾਂ $6.30 ਹੋਣਗੇ ਤੇ ਜੇਕਰ 100 ਕਿਲੋਵਾਟ ਪਾਵਰ ਲੈਵਲ ਹੈ ਤਾਂ 27 ਸੈਂਟ ਪ੍ਰਤੀ ਮਿੰਟ ਹੋਣਗੇ, ਯਾਨੀ ਕਿ 30 ਮਿੰਟ ਦੇ ਵਾਸਤੇ ਜੇਕਰ ਚਾਰਜ ਕੀਤਾ ਜਾਵੇਗਾ ਤਾਂ $8.10 ਹੋਣਗੇ। BC ਹਾਈਡਰੋ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਕਿਹਾ ਕਿ ਇਸ ਦੇ ਉੱਤੇ ਪੂਰੀ ਰਿਸਰਚ ਕੀਤੇ ਜਾਣ ਤੋਂ ਬਾਅਦ ਹੀ ਇਹ ਤੈਅ ਕੀਤਾ ਗਿਆ ਕਿ ਕੀ ਰੇਟ ਹੋਣਗੇ ਜੇਕਰ ਇਸ ਦੇ ਵਾਸਤੇ ਡਰਾਈਵਰਸ ਨੂੰ ਪੈਸੇ ਦੇਣੇ ਪੈਂਦੇ ਨੇ, ਜੋ ਕਿ 1 ਮਈ ਤੋਂ ਲਾਗੂ ਵੀ ਕਰ ਦਿੱਤਾ ਗਿਆ ਹੈ। ਇਸ ਨਾਲ ਹੀ ਅੱਗੇ ਇਹ ਜਾਣਕਾਰੀ, ਦਰਅਸਲ ਬਹੁਤ ਲੋਕਾਂ ਦੇ ਸਵਾਲ ਨੇ ਕਿ ਵੈਕਸੀਨ ਪਾਸਪੋਰਟ ਕੀ ਹੈ। ਦਰਅਸਲ ਵੈਕਸੀਨ ਪਾਸਪੋਰਟ ਕਿਹੋ ਜਿਹਾ ਹੋਵੇਗਾ ਤੇ ਕੀ ਹੋਵੇਗਾ, ਇਸ ਦੇ ਬਾਰੇ ਸਪਸ਼ਟ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਹੈ, ਪਰ ਫਿਲਹਾਲ ਤੱਕ ਵੈਕਸੀਨ ਪਾਸਪੋਰਟ ਦਾ ਨਾਮ ਉਸ ਕਾਗਜ਼ ਨੂੰ ਜਾਂ ਫਿਰ ਉਸ ਡਾਕੂਮੈਂਟ ਨੂੰ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਸਬੂਤ ਹੋਵੇਗਾ ਕਿ ਇੱਕ ਵਿਅਕਤੀ ਨੇ COVID-19 ਦੇ ਟੀਕੇ ਨੇ ਜਿਹੜੇ ਉਹ ਲਗਵਾਏ ਹੋਏ ਨੇ। ਤਾਂ ਇਸ ਨਾਲ ਸੰਬੰਧਿਤ ਇਹ ਵੈਕਸੀਨ ਪਾਸਪੋਰਟ ਹੋਵੇਗਾ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਜਦੋਂ ਕੈਨੇਡਾ ਦੇ ਵਿੱਚ ਕੁਆਰੰਟਾਈਨ ਦੀ ਜਿਹੜੀ ਹਦਾਇਤ ਹੈ ਉਹ ਖਤਮ ਹੋਵੇਗੀ ਤੇ ਜਦੋਂ ਸਾਰਿਆਂ ਦੇ ਟੀਕੇ ਵੀ ਲੱਗ ਜਾਣਗੇ, ਟਰੈਵਲ ਦੇ ਵਾਸਤੇ ਇਹ ਲਾਗੂ ਕੀਤਾ ਜਾਵੇਗਾ ਕਿ ਕੈਨੇਡਾ ਵਿੱਚ ਜਿਹੜੇ ਵੀ ਦਾਖਲ ਹੋਣਗੇ ਉਹਨਾਂ ਦੇ ਵਾਸਤੇ ਵੈਕਸੀਨ ਪਾਸਪੋਰਟ ਲਾਜ਼ਮੀ ਹੋਵੇ। ਤਾਂ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਫਿਲਹਾਲ ਇਸ ਨੂੰ ਲਾਗੂ ਕਰਨ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਵੈਕਸੀਨ ਪਾਸਪੋਰਟ ਉਹ ਹੋਵੇਗਾ ਕਿ ਜਿਹੜਾ ਵੀ ਵਿਅਕਤੀ ਕੈਨੇਡਾ ਦੇ ਵਿੱਚ ਜੇ ਕਿਸੇ ਨੇ ਦਾਖਲ ਹੋਣਾ ਹੈ ਜਾਂ ਫਿਰ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਵੱਡੀਆਂ ਪਾਰਟੀਆਂ ਕੀਤੀਆਂ ਜਾਣੀਆਂ, ਉੱਥੇ ਮਾਹਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਅਜਿਹਾ ਲਾਗੂ ਹੋ ਸਕਦਾ ਹੈ ਕਿ ਵੈਕਸੀਨ ਪਾਸਪੋਰਟ ਇਸ ਵਾਸਤੇ ਲਾਜ਼ਮੀ ਹੋਵੇ, ਪਰ ਫਿਲਹਾਲ ਇਸ ਦੇ ਉੱਤੇ ਕੁਝ ਵੀ ਲਾਗੂ ਨਹੀਂ ਕੀਤਾ ਗਿਆ।